ਸਤਿ ਸ਼੍ਰੀ ਅਕਾਲ ਜੀ। ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ। ਸਭ ਤੋਂ ਪਹਿਲਾਂ ਸੁਰਖੀਆਂ ਤੇ ਝਾਤ। ਕੈਪਟਨ ਨੇ ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਪਾਰਕ ਦਾ ਰੱਖਿਆ ਨੀਂਹ ਪੱਥਰ। ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ। ਦਿੱਲੀ ਪੁਲਿਸ ਰੂਟ ਮੈਪ ਦੇ ਨਾਲ ਸਹਿਮਤ ਨਹੀਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ। ਟਿਕੈਤ ਦੇ ਬਿਆਨ ਨੇ ਪੁਲਿਸ ਦੀ ਵਧਾਈ ਪਰੇਸ਼ਾਨੀ। ਰਾਜੋਆਣਾ ਦੀ ਰਹਿਮ ਦੀ ਅਪੀਲ ਦੇ ਉੱਤੇ ਫੈਸਲੇ ਵਾਸਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤਾ ਆਖਰੀ ਮੌਕਾ। ਰਵਨੀਤ ਸਿੰਘ ਬਿੱਟੂ ਦੇ ਉੱਤੇ ਹੋਏ ਹਮਲੇ ਤੇ ਵਿਜੇ ਇੰਦਰ ਸਿੰਗਲਾ ਨੇ ਧਾਰੀ ਚੁੱਪ। ਤੇ ਦੇਸ਼ ਭਰ ਦੇ ਵਿੱਚ ਮਨਾਇਆ ਗਿਆ ਕੌਮੀ ਵੋਟਰ ਦਿਵਸ। ਤੇ ਹੁਣ ਖਬਰਾਂ ਦਾ ਵਿਸਥਾਰ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲਿਆਂਵਾਲਾ ਬਾਗ ਦੁਖਾਂਤ ਦੇ ਗੁੰਮਨਾਮ ਨਾਇਕਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਕਵਿਤਾ ਸਾਲਾਂ ਬਾਅਦ ਵੀ ਸ਼ਹੀਦਾਂ ਦਾ ਦਰਦ ਸੀਨੇ ਵਿੱਚ ਸੰਜੋ ਰੱਖਿਆ ਰਾਹੀਂ ਭਾਵਕ ਸ਼ਰਧਾਂਜਲੀ ਦਿੰਦਿਆਂ ਵਰਚੁਅਲ ਤੌਰ ਦੇ ਉੱਤੇ ਅੰਮ੍ਰਿਤਸਰ ਵਿਖੇ ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਪਾਰਕ ਦਾ ਨੀਂਹ ਪੱਥਰ ਰੱਖਿਆ। ਭਾਰਤ ਦੀ ਆਜ਼ਾਦੀ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਇਹ ਯਾਦਗਾਰ ਸਥਾਪਿਤ ਕਰਨ ਦੇ ਲਈ ਸੂਬਾ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਉੱਤੇ ਵਰਦਿਆਂ ਕਿਹਾ ਕਿ ਹਰੇਕ ਪੰਜਾਬੀ ਨੂੰ ਇਸ ਲਾਸਾਨੀ ਦੁਖਾਂਤ ਨੂੰ ਯਾਦ ਕਰਨ ਦਾ ਹੱਕ ਹੈ ਜਿਸ ਨੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ। 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਕਿਸਾਨਾਂ ਵੱਲੋਂ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਮੌਕੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਵੇਂ ਕਿਸਾਨਾਂ ਨੇ ਖੇਤੀ ਵਿਰੋਧੀ ਕਾਨੂੰਨ ਖਿਲਾਫ ਕੀਤੇ ਜਾ ਰਹੇ ਅੰਦੋਲਨ ਦੌਰਾਨ ਹੁਣ ਤੱਕ ਸ਼ਾਂਤੀ ਬਣਾ ਕੇ ਰੱਖੀ ਹੈ, ਉਵੇਂ ਹੀ ਕਿਸਾਨ ਟਰੈਕਟਰ ਪਰੇਡ ਦੇ ਮੌਕੇ ਵੀ ਸ਼ਾਂਤੀ ਬਣਾ ਕੇ ਰੱਖਣ ਤਾਂ ਜੋ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਾ ਮਿਲੇ ਤੇ ਇੰਨੇ ਮਹੀਨਿਆਂ ਤੋਂ ਕੇਂਦਰ ਦੇ ਖਿਲਾਫ ਵਿੱਢਿਆ ਹੋਇਆ ਸੰਘਰਸ਼ ਕਮਜ਼ੋਰ ਨਾ ਪੈ ਸਕੇ। ਗਣਤੰਤਰ ਦਿਵਸ ਦੇ ਮੌਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਸੰਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਰੇਡ ਸੰਬੰਧੀ ਦਿੱਲੀ ਪੁਲਿਸ ਦੇ ਵੱਲੋਂ ਦਿੱਤੇ ਗਏ ਰੂਟ ਮੈਪ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਹਿਮਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਤੋਂ ਦਿੱਤੇ ਗਏ ਸੱਦੇ ਮੁਤਾਬਕ ਹੀ ਟਰੈਕਟਰ ਪਰੇਡ ਕੀਤੀ ਜਾਵੇਗੀ ਤੇ ਇਹ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਕੱਢੀ ਜਾਵੇਗੀ। ਉੱਥੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਕੈਤ ਦੇ ਬਿਆਨ ਨੇ ਦਿੱਲੀ ਪੁਲਿਸ ਤੇ ਗਾਜ਼ੀਆਬਾਦ ਪ੍ਰਸ਼ਾਸਨ ਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ। ਟਰੈਕਟਰ ਮਾਰਚ ਦੇ ਅਸਲ ਰੂਟ ਮੁਤਾਬਕ ਗਾਜ਼ੀਪੁਰ ਤੋਂ ਕਿਸਾਨਾਂ ਦਾ ਕਾਫਲਾ ਆਨੰਦ ਵਿਹਾਰ ਤੋਂ ਅਪਸਰਾ ਰੋਡ ਵੱਲ ਮੁੜੇਗਾ, ਪਰ ਮੀਟਿੰਗ ਉਪਰੰਤ ਟਕੈਤ ਨੇ ਟਰੈਕਟਰ ਮਾਰਚ ਦੇ ਰੂਟ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਅਸਹਿਮਤੀ ਤੋਂ ਇਨਕਾਰ ਕੀਤਾ। ਟਿਕੈਤ ਨੇ ਕਿਹਾ, ਅਸੀਂ ਅਮਨ ਅਮਾਨ ਨਾਲ ਟਰੈਕਟਰ ਮਾਰਚ ਕਰਨ ਦਾ ਯਕੀਨ ਦਿਵਾਇਆ, ਲਿਹਾਜ਼ਾ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਸੂਤਰਾਂ ਨੇ ਦਾਅਵਾ ਕੀਤਾ ਕਿ ਮਾਰਚ ਅਕਸ਼ਰਧਾਮ ਤੱਕ ਜਾਵੇਗਾ। ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਬੋਲਦਾ ਜੀ। ਜਿਹੜਾ ਦਿੱਲੀ ਪੁਲਿਸ ਫੋਰਸ ਵੱਲੋਂ ਰੂਟ ਬਣਾ ਕੇ ਦਿੱਤਾ ਗਿਆ, ਅਸੀਂ ਮੋਦੀ ਸਰਕਾਰ ਦੇ ਇਸ ਰੂਟ ਤੋਂ ਸਹਿਮਤ ਨਹੀਂ ਹੈਗੇ। ਅਸੀਂ 26 ਜਨਵਰੀ ਦਾ ਗਣਰਾਜ ਦਿਹਾੜਾ ਬਿਲਕੁਲ ਪੀਸਫੁਲੀ ਅਮਨ ਤਰੀਕੇ ਨਾਲ ਕਰਾਂਗੇ ਤੇ ਜਿਹੜਾ ਪਹਿਲੋਂ ਸਾਂਝਾ ਐਲਾਨ ਸੰਯੁਕਤ ਮੋਰਚੇ ਤੋਂ ਉਹਦੀਆਂ ਤਾਲਮੇਲ ਵਾਲੀਆਂ ਜਥੇਬੰਦੀਆਂ ਨੇ ਕੀਤਾ ਸੀ, ਅਸੀਂ ਉਸੇ ਰੂਟ ਦੇ ਅਨੁਸਾਰ ਉਸ ਰਿੰਗ ਰੋਡ ਤੇ ਜਿਹੜਾ ਵਾ ਉਹ ਟਰੈਕਟਰ ਪਰੇਡ ਕਰਾਂਗੇ। ਅਸੀਂ ਸਰਕਾਰ ਦੇ ਕਿਸੇ ਦਬਾਅ 'ਚ ਆ ਕੇ ਕੋਈ ਇਹੋ ਜਿਹਾ ਫੈਸਲਾ ਨਹੀਂ ਕਰਨਾ ਚਾਹੁੰਦੇ। ਸੋ ਸਾਨੂੰ ਡੈਮੋਕ੍ਰੇਸੀ ਵਿੱਚ ਆਪ ਦਾ ਪ੍ਰੋਗਰਾਮ ਕਰਨ ਦਾ ਹੱਕ ਆ। ਦੋਹਰੇ ਰਿਪੀਟ ਕਰਦੇ ਹਾਂ, ਕਿਸੇ ਕਿਸਮ ਦੇ ਸਮਾਰਕ ਤੇ ਜਿਹੜੀ ਪਰੇਡ ਸਰਕਾਰ ਨੇ ਕਰਨੀ ਆ ਉਹ ਪਰੇਡ ਆਪਣੇ ਹਿਸਾਬ ਨਾਲ ਕਰਨ, ਉਹਨੂੰ ਡਿਸਟਰਬ ਕਰਨ ਦਾ ਉੱਧਰ ਜਾਣ ਦਾ ਆਪਣਾ ਕੋਈ ਇਰਾਦਾ ਨਹੀਂ। ਨਾ ਲਾਲ ਕਿਲੇ ਤੇ ਨਾ ਕੋਈ ਸਮਾਰਕ ਜਿਹੜਾ ਉੱਤੇ ਕਬਜ਼ਾ ਲੈਣ ਦਾ, ਨਾ ਕੋਈ ਹਥਿਆਰ ਲੈ ਕੇ ਚੱਲਾਂਗੇ। ਆਪਣੀ ਟਰੈਕਟਰ ਪਰੇਡ ਕਰਨ ਤੋਂ ਬਾਅਦ ਮਿੱਥੇ ਆਪਣੇ ਪ੍ਰੋਗਰਾਮ ਆਪਣੀ ਸਟੇਜ ਤੇ ਵਾਪਸ ਆਵਾਂਗੇ। ਪਰ ਜੋ ਐਲਾਨ ਪਹਿਲੋਂ ਹੋਇਆ ਸੀ ਉਹਦੇ ਤੇ ਹੀ ਆਪਾਂ ਜਿਹੜੇ ਆ ਉੱਤੇ ਹੀ ਨਿਰਭਰ ਕਰਦੇ, ਉਹਦੇ ਤੇ ਹੀ ਕਾਇਮ ਆ। ਸੋ ਅੱਜ 10 ਵਜੇ ਦਿੱਲੀ ਪੁਲਿਸ ਫੋਰਸ ਨਾਲ ਸਾਡੀ ਮੀਟਿੰਗ ਹੋਣ ਜਾ ਰਹੀ ਆ। ਇਹ ਤੋਂ ਬਾਅਦ ਕੀ ਬਣਦਾ ਫਿਰ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਾਂਗੇ ਸਾਰੇ ਪ੍ਰੈਸ ਵਾਲਿਆਂ ਨੂੰ ਅਸੀਂ। ਉਹ ਤੋਂ ਬਾਅਦ ਇਹ ਸਾਰਾ ਪ੍ਰੋਗਰਾਮ ਆਪਣਾ ਜਿਹੜਾ ਵਾ ਦੱਸ ਦਿਆਂਗੇ। ਮੈਂ ਪੰਜਾਬ ਦੇ ਨੌਜਵਾਨਾਂ ਅੱਗੇ ਹੱਥ ਜੋੜ ਕੇ ਝੋਲੀ ਅੱਡਣਾ ਚਾਹੁੰਦਾ। ਪਹਿਲੋਂ ਵੀ ਸਾਡੀਆਂ ਤੁਸੀਂ ਝੋਲੀਆਂ ਭਰੀਆਂ, ਹੁਣ ਵੀ ਭਰੋਗੇ। ਭਰਾਓ, ਸਰਕਾਰ ਦੀ ਢਿੱਲ ਲੱਗੀ ਆ, ਕੋਈ ਨਾ ਕੋਈ ਬਹਾਨਾ ਭਾਲ ਕੇ ਉਹ ਕੋਈ ਸ਼ਰਾਰਤ ਕਰਾਉਣਾ ਚਾਹੁੰਦੀ ਆ। ਜਦੋਂ ਅਸੀਂ ਉਸ ਰਿੰਗ ਰੋਡ ਤੇ ਟਰੈਕਟਰ ਪਰੇਡ ਦਾ ਆਪਾਂ ਮੰਗ ਕਰ ਰਹੇ ਹਾਂ ਵੀ ਸਾਨੂੰ ਕੀਤੀ ਜਾਵੇ, ਸਾਨੂੰ ਬਦਨਾਮ ਕੀਤਾ ਜਾਊ, ਸਾਡੇ ਤੇ ਲਾਸ਼ਾਂ ਲਾਏ ਜਾਣਗੇ। ਸੋ ਮੈਨੂੰ ਪਤਾ ਤੁਸੀਂ ਜਾਗਦੇ ਰਹੋ, ਅੱਜ ਦੀ ਦਿਨ ਰੈੱਡ ਅਲਰਟ ਕਰ ਦਿਓ, ਐ ਰਾਖੀ ਕਰਨੀ ਆ। ਔਰ ਇਸ ਵੱਡੇ ਦੁਨੀਆ ਦੇ ਵੱਡੇ ਪ੍ਰੋਗਰਾਮ ਨੂੰ ਜਿਹੜਾ ਇਤਿਹਾਸਕ ਹੋਏਗਾ ਉਹਨੂੰ ਅਮਨ ਆਨੰਦ ਨਾਲ ਕਰਨ ਤੋਂ ਬਾਅਦ ਵਾਪਸ ਆ ਗਏ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਣਗੇ।
ਭਰਾਵੋ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਨਾਂ ਤੁਸੀਂ ਪਹਿਲੋਂ ਵੀ ਕਦੀ ਬਦਨਾਮ ਨਹੀਂ ਹੁੰਦਾ, ਹੁਣ ਵੀ ਨਾ ਹੋਣ ਦਿਓਗੇ। ਸਭ ਤੋਂ ਅੱਗੋਂ ਇਸ ਪਰੇਡ ਦੇ ਵਿੱਚ ਅਸੀਂ ਹੋਵਾਂਗੇ। ਅਸੀਂ ਆਪਣੇ ਟਰੈਕਟਰ ਤੇ ਪੱਕਾ ਕੈਡਰ ਕਰਾਂਗੇ। ਸਾਡੇ ਜ਼ਾਬਤੇ ਨੂੰ ਜ਼ਰੂਰ ਹੱਥ ਜੋੜ ਕੇ ਬੇਨਤੀ ਆ ਮੰਨਿਓ। ਸੋ ਇਸ ਕਰਕੇ ਪੁਰਅਮਨ ਤਰੀਕੇ ਨਾਲ ਪਰੇਡ ਕਰਕੇ ਮਿੱਥੇ ਪ੍ਰੋਗਰਾਮ ਦੇ ਮੁਤਾਬਕ ਤੇ ਫਿਰ ਆਪਣੇ ਟਰੈਕਟਰ ਆਪਣੇ ਨਿਸ਼ਾਨੇ ਤੇ ਵਾਪਸ ਆਵਾਂਗੇ। ਔਰ ਸਰਕਾਰ ਨੂੰ ਜਿਹੜੇ ਲਾਸ਼ਰ ਲਾਉਂਦੀ ਆ ਵੀ ਐਂ ਕਰ ਦੇਣਗੇ, ਆਉਂ ਕਰ ਦੇਣਗੇ, ਅਜਿਹਾ ਜਿਹਾ ਕੁਛ ਨਹੀਂ ਹੋਣ ਦਿਆਂਗੇ। ਆਪਣੇ ਘੋਲ ਦੀ ਰਾਖੀ ਕਰਨੀ ਜੇ, ਆਪਣੇ ਘੋਲ ਨੂੰ ਬਚਾ ਕੇ ਚੱਲਣਾ ਦੇ, ਤੇ ਪ੍ਰੋਗਰਾਮ ਕਰਕੇ ਸਰਕਾਰ ਦੇ ਮੂੰਹ ਤੇ ਚਪੇੜ ਵੀ ਮਾਰਨੀ ਜੇ। ਧੰਨਵਾਦ। ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਨੂੰ ਸਾਲ 1915 ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਘਟਾਉਣ ਦੇ ਲਈ ਅਪੀਲ ਦੇ ਉੱਤੇ 2 ਹਫ਼ਤਿਆਂ ਦੇ ਵਿੱਚ ਫੈਸਲਾ ਲੈਣ ਦਾ ਆਖਰੀ ਮੌਕਾ ਦਿੱਤਾ। ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਵੀ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਕੇਂਦਰ ਸਰਕਾਰ ਦੀ ਖਿਚਾਈ ਕੀਤੀ ਸੀ। 4 ਦਸੰਬਰ 2020 ਨੂੰ ਇੱਕ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਵੱਲੋਂ ਸਤੰਬਰ 2019 ਦੇ ਵਿੱਚ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਪੰਜਾਬ ਸਰਕਾਰ ਨੂੰ ਲਿਖੇ ਗਏ ਇੱਕ ਪੱਤਰ ਦਾ ਹਵਾਲਾ ਦਿੱਤਾ ਸੀ, ਜਿਸ ਵਿੱਚ ਸਰਕਾਰ ਨੇ ਕਿਹਾ ਸੀ ਕਿ ਰਾਜੋਆਣਾ ਦੀ ਮੌਤ ਦੀ ਸਜ਼ਾ ਤੇ ਪ੍ਰਸਤਾਵ ਰਾਸ਼ਟਰਪਤੀ ਨੂੰ ਭੇਜਿਆ ਜਾਵੇਗਾ। ਸੁਪਰੀਮ ਕੋਰਟ ਨੇ ਬੈਂਚ ਨੇ ਉਦੋਂ ਕਿਹਾ ਸੀ ਕਿ ਤੁਸੀਂ ਪੰਜਾਬ ਸਰਕਾਰ ਨੂੰ ਲਿਖਿਆ ਕਿ ਰਾਜੋਆਣਾ ਦੀ ਮੌਤ ਦੀ ਸਜ਼ਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਘਟਾਈ ਜਾਵੇਗੀ। ਵਿਜੇ ਇੰਦਰ ਸਿੰਗਲਾ ਅੱਜ ਬੁਢਲਾਡਾ ਸਬ ਡਿਵੀਜ਼ਨ ਦੇ ਅੰਦਰ ਵੱਖ-ਵੱਖ ਵਿਕਾਸ ਕਾਰਜਾਂ ਦੇ 3 ਕਰੋੜ ਰੁਪਏ ਦੀਆਂ ਸੜਕਾਂ ਤੇ 60 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਪਹੁੰਚੇ ਸਨ। ਉਹਨਾਂ ਨੇ ਕਿਹਾ ਕਿ ਅਜਮੇਰ ਕਟੜਾ ਸੜਕ ਦੇ ਲਈ ਕਿਸਾਨਾਂ ਨਾਲ ਗੱਲਬਾਤ ਕਰਕੇ ਮੁਆਵਜ਼ੇ ਦਾ ਮਾਮਲਾ ਸੁਲਝਾ ਲਿਆ ਜਾਵੇਗਾ। ਨਾਲ ਹੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਦੀ ਦਿੱਖ ਸੁਧਾਰੀ ਜਾ ਰਹੀ ਹੈ। ਆਪ ਕੈਪਟਨ ਅਮਰਿੰਦਰ ਸਿੰਘ ਜੀ ਦੇ ਵੱਲੋਂ ਪਿਛਲੇ ਸਮੇਂ ਵਿੱਚ ਇਸ ਇਲਾਕੇ ਨਾਲ ਜੁੜੀਆਂ ਹੋਈਆਂ ਜੋ ਸੜਕਾਂ ਦੀ ਮਨਜ਼ੂਰੀ ਹੋਈ ਸੀ, ਉਹਨਾਂ ਦੇ ਕੰਮ ਦੀ ਜੋ ਸ਼ੁਰੂਆਤ ਹੋਈ ਹੈ, ਉਹਨਾਂ ਦਾ ਅੱਜ ਨੀਂਹ ਪੱਥਰ ਵੀ ਰੱਖਣਾ ਹੈ। ਔਰ ਚਾਹੇ ਕੁਲਰੀਆਂ ਤੋਂ ਚਾਂਦਪੁਰਾ ਤੱਕ ਦੀ ਸੜਕ ਹੈ ਔਰ ਉਸ ਦੇ ਉੱਪਰ ਅਪਰੋਕਸੀਮੇਟਲੀ 1 ਕਰੋੜ ਤੋਂ ਵੀ ਵੱਧ ਪੈਸਾ ਖਰਚ ਹੋ ਕੇ ਉਹ ਸੜਕ ਅਪਗ੍ਰੇਡ ਹੋ ਰਹੀ ਹੈ ਤਾਂ ਕਿ ਉਹਦੇ ਨਾਲ ਲੋਕਾਂ ਨੂੰ ਫਾਇਦਾ ਹੋ ਸਕੇ। ਔਰ ਦੂਜੀ ਕੁਲਰੀਆਂ ਤੋਂ ਲੈ ਕੇ ਬੱਬਨਪੁਰ ਤੱਕ ਜਿਹੜੀ ਦੂਜੀ ਸੜਕ ਹੈ ਉਸ ਦੀ ਵੀ ਅਪਗ੍ਰੇਡੇਸ਼ਨ ਜਿਹੜੇ ਕੰਮ ਚੱਲ ਰਿਹਾ, ਉਹਦਾ ਲਾਗਤ ਅੰਦਾਜ਼ਨ 1.5 ਕਰੋੜ ਰੁਪਇਆ ਹੈ। ਇਹ ਬੜੀ ਮਾੜੀ ਹਾਲਤ ਸੀ ਸੜਕਾਂ ਦੀ। ਔਰ ਜਦੋਂ ਮੈਂ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਉਰੇ ਆਇਆ ਸੀ, ਉਸ ਵੇਲੇ ਇੱਥੇ ਦੇ ਇਲਾਕੇ ਦੇ ਲੋਕਾਂ ਨੇ ਮੰਗ ਰੱਖੀ ਸੀ ਔਰ ਉਸ ਗੱਲ ਨੂੰ ਪੂਰਾ ਕਰਨ ਵਾਸਤੇ ਅਸੀਂ ਸਰਕਾਰ ਵੱਲੋਂ ਉਹਨਾਂ ਦੇ ਪੈਸਿਆਂ ਦੀ ਮਨਜ਼ੂਰੀ ਕੀਤੀ ਤੇ ਕੰਮ ਚਾਲੂ ਕਰਕੇ ਅੱਜ ਉਹਨਾਂ ਦਾ ਮੌਕੇ 'ਤੇ ਕੰਮ ਚੱਲ ਰਿਹਾ। ਔਰ ਅੱਜ ਉਹਨਾਂ ਦਾ ਨੀਂਹ ਪੱਥਰ ਅਸੀਂ ਦੁਪਹਿਰ ਤੋਂ ਬਾਅਦ ਰੱਖਾਂਗੇ। ਔਰ ਇਸ ਤੋਂ ਬਾਅਦ ਜਿਹੜੀ ਹਰਿਆਣੇ ਬਾਰਡਰ ਤੱਕ ਦੀ ਸੜਕ ਹੈ, ਉਸ ਗੱਲ ਨੂੰ ਵੀ ਅਸੀਂ ਮਨਜ਼ੂਰ ਕੀਤਾ। ਔਰ ਇਸ ਦੇ ਨਾਲ ਨਾਲ ਸ਼ਹੀਦ ਦੀ ਯਾਦ ਦੇ ਵਿੱਚ ਬਣਾਇਆ ਗਿਆ ਜੋ ਸਟੇਡੀਅਮ ਹੈ ਦਾਤੇਵਾਸ ਪਿੰਡ ਦੇ ਵਿੱਚ, ਉਸ ਦੀ ਮਨਜ਼ੂਰੀ ਵੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਾਹਿਬ ਨੇ ਦਿੱਤੀ ਸੀ। ਔਰ ਉਸ ਜਿਹੜਾ ਉਹ ਸਟੇਡੀਅਮ ਤਿਆਰ ਹੋਇਆ 60 ਲੱਖ ਰੁਪਏ ਦੀ ਲਾਗਤ ਨਾਲ, ਉਹ ਵੀ ਅੱਜ ਅਸੀਂ ਲੋਕਾਂ ਦੇ ਸਮਰਪਿਤ ਕਰਨਾ ਹੈ ਤਾਂ ਕਿ ਲੋਕ ਉਹਦਾ ਫਾਇਦਾ ਚੱਕ ਸਕਣ, ਕਿਉਂਕਿ ਦਾਤੇਵਾਸ ਪਿੰਡ ਦੇ ਲੋਕਾਂ ਦੀ ਔਰ ਇਲਾਕੇ ਦੀ ਮੰਗ ਸੀ ਔਰ ਇਸ ਕਰਕੇ ਅਸੀਂ ਇਸ ਨੂੰ ਕੀਤਾ। ਬੀਬੀ ਭੱਟੀ ਜੀ, ਸਾਡੇ MLA ਸਾਹਿਬ ਨਾਜਰ ਜੀ ਤੇ ਸਮੁੱਚੀ ਕਾਂਗਰਸ ਪਾਰਟੀ, ਕੁਲਵੰਤ ਜੀ ਤੇ ਸਾਡੇ ਸਰਪੰਚ ਸਾਹਿਬਾਨ, ਚੇਅਰਮੈਨ ਸਾਹਿਬ ਸਾਡੇ ਮਾਰਕੀਟ ਕਮੇਟੀ ਦੇ ਤੇ ਸਾਡੇ ਵਾਈਸ ਚੇਅਰਮੈਨ ਤੇ ਸਾਰੇ ਮੈਂਬਰ ਸਾਹਿਬਾਨ ਤੇ ਸਮੁੱਚੇ ਸਰਪੰਚ ਸਾਹਿਬਾਨ, ਅਸੀਂ ਸਾਰੇ ਮਿਲ ਕੇ ਅੱਜ DC ਸਾਹਿਬ ਤੇ ਸਾਡੇ SSP ਤੇ SDM ਮਿਲ ਕੇ ਅਸੀਂ ਇਸ ਸਾਰੇ ਪ੍ਰੋਜੈਕਟਸ ਨੂੰ ਅਸੀਂ ਅੱਜ ਤੇ ਇਸ ਤੋਂ ਇਲਾਵਾ ਬਦਲਪੁਰ ਤੋਂ ਲੈ ਕੇ ਡਸਖਾ ਤੱਕ ਦੀ ਜਿਹੜੀ ਸੜਕ 18 ਫੁੱਟ ਕਰਨ ਦੀ ਗੱਲ ਸੀ ਨਬਾਰਡ ਦੇ ਵਿੱਚ, ਉਸ ਨੂੰ ਵੀ ਮਨਜ਼ੂਰੀ ਹੋਈ ਹੈ ਤਾਂ ਕਿ ਉਹਦਾ ਵੀ ਜਿਹੜਾ ਵੱਡਾ ਲੋਕਾਂ ਦੀ ਲੋੜ ਸੀ ਜਾਂ ਲੋਕਾਂ ਦੀ ਮੰਗ ਸੀ, ਅਸੀਂ ਉਸ ਨੂੰ ਪੂਰਾ ਕਰ ਸਕੀਏ। ਤੇ ਮੰਤਰੀ ਜੀ, ਦਿੱਲੀ ਦੇ ਵਿੱਚ ਰਵਨੀਤ ਬਿੱਟੂ ਤੇ ਹਮਲਾ ਹੁੰਦਾ, ਦੋਸ਼ ਲੱਗਦਾ ਕਿ ਪੱਟੀ ਦੇ ਆਮ ਆਦਮੀ ਪਾਰਟੀ ਤੇ ਲੱਗਦਾ ਤੇ ਜੋਗਿੰਦਰ ਯਾਦਵ ਤੇ ਵੀ ਸ਼ੱਕ ਦੀ ਸੂਚਨਾ ਹੁੰਦੀ ਹੈ। ਇਸ ਪੂਰੇ ਐਪੀਸੋਡ ਨੂੰ ਕਿਵੇਂ ਦੇਖਦੇ? ਦੇਖੋ, ਆਪਾਂ ਸਾਰੇ ਸਮਝਦੇ ਹਾਂ ਕਿ ਕਿਸਾਨ ਭਰਾਵਾਂ ਨੇ ਪਹਿਲੇ ਦਿਨ ਤੋਂ ਹੀ ਆਪਣੇ ਜਿਹੜਾ ਸੰਘਰਸ਼ ਹੈ ਉਹਨੂੰ ਸ਼ਾਂਤੀਪੂਰਵਕ ਰੱਖਿਆ। ਚਾਹੇ ਅੱਜ ਸੰਘਰਸ਼ 5.5 ਮਹੀਨਿਆਂ ਤੋਂ ਪਹਿਲਾਂ 3 ਮਹੀਨੇ ਪੰਜਾਬ 'ਚ ਚੱਲਿਆ ਔਰ ਉਸ ਤੋਂ ਬਾਅਦ ਅੱਜ 2 ਮਹੀਨੇ ਤੋਂ ਜ਼ਿਆਦਾ ਦਿੱਲੀ ਵਿੱਚ ਇਹ ਸੰਘਰਸ਼ ਨੂੰ ਚੱਲਦੇ ਹੋ ਗਏ। ਹਮੇਸ਼ਾ ਸੰਘਰਸ਼ ਸ਼ਾਂਤੀਪੂਰਵਕ ਰਿਹਾ ਔਰ ਕਦੇ ਵੀ ਕਿਸੇ ਕਿਸਾਨ ਭਰਾ ਨੇ ਆਪਣੇ ਇਸ ਸੰਘਰਸ਼ ਨੂੰ ਕੋਈ ਐਸੀ ਰੰਗਤ ਨਹੀਂ ਦਿੱਤੀ। ਜੇ ਕੋਈ ਗੱਲਾਂ ਐਸੀਆਂ ਆਈਆਂ, ਮੈਨੂੰ ਪਤਾ ਨਹੀਂ, ਪੁਲਿਸ ਇਹਦੀ ਤਹਿਕੀਕਾਤ ਕਰੂਗੀ ਜਾਂ ਜੋ ਗੱਲ ਹੋਊਗੀ ਉਹ ਤਹਿਕੀਕਾਤ ਕਰਨਗੇ। ਤੇ ਅਸੀਂ ਸਾਰੇ ਮਿਲ ਕੇ ਸਮੁੱਚੇ ਪੰਜਾਬ ਦੇ ਲੋਕ, ਚਾਹੇ ਕੋਈ ਗਰੀਬ ਹੈ, ਚਾਹੇ ਮਜ਼ਦੂਰ ਹੈ, ਚਾਹੇ ਦੁਕਾਨਦਾਰ ਹੈ, ਚਾਹੇ ਆੜਤੀ ਹੈ, ਅਸੀਂ ਸਾਰੇ ਕਿਸਾਨ ਦੇ ਸੰਘਰਸ਼ ਦੇ ਵਿੱਚ ਪਹਿਲੇ ਦਿਨ ਤੋਂ ਸਮੁੱਚੀ ਸਰਕਾਰ
ਤੇ ਕੈਪਟਨ ਅਮਰਿੰਦਰ ਸਿੰਘ ਜੀ ਤੇ ਉਹਨਾਂ ਦੇ ਸਾਰੀ ਵਜ਼ਾਰਤ, ਸਾਰੇ ਐਮਐਲਏ ਸਾਹਿਬਾਨ, ਸਮੁੱਚੀ ਪਾਰਟੀ ਇਸ ਸੰਘਰਸ਼ ਦੇ ਵਿੱਚ ਕਿਸਾਨਾਂ ਦੇ ਨਾਲ ਖੜੀ ਹੈ, ਡਟ ਕੇ ਖੜੀ ਹੈ। ਇਸ ਸੰਘਰਸ਼ ਨੂੰ, ਇਸ ਲੜਾਈ ਨੂੰ ਅਸੀਂ ਜਿੱਤਾਂਗੇ ਔਰ ਜਿੱਤ ਕੇ ਆਪਣਾ ਜੋ 3 ਕਾਲੇ ਕਾਨੂੰਨ ਵਾਪਸ ਕਰਨ ਦੀ ਗੱਲ ਹੈ ਉਹਨੂੰ ਪੂਰਾ ਕਰਕੇ ਲੋਕਾਂ ਵਿੱਚ ਰੱਖਾਂਗੇ। ਪੂਰਾ ਦੇਸ਼ ਅੱਜ ਕੌਮੀ ਵੋਟਰ ਦਿਵਸ ਮਨਾ ਰਿਹਾ ਹੈ। 25 ਜਨਵਰੀ 1950 ਨੂੰ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਹੋਈ ਸੀ। ਇਸੇ ਕਰਕੇ ਸਾਡੇ ਮੁਲਕ ਦੇ ਵਿੱਚ 25 ਜਨਵਰੀ ਕੌਮੀ ਵੋਟਰ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ ਹੈ। ਇਹ ਦਿਹਾੜਾ ਮਨਾਉਣ ਦੀ ਸ਼ੁਰੂਆਤ 25 ਜਨਵਰੀ 2011 ਨੂੰ ਭਾਰਤੀ ਚੋਣ ਕਮਿਸ਼ਨ ਦੇ ਡਾਇਮੰਡ ਜੁਬਲੀ ਸਮਾਰੋਹ ਦੇ ਸਮਾਪਤੀ ਸਮਾਗਮ ਮੌਕੇ ਕੀਤੀ ਗਈ। ਵੋਟਰ ਦਿਵਸ ਮਨਾਉਣ ਦਾ ਮਕਸਦ ਲੋਕਾਂ ਨੂੰ ਵੋਟ ਦੀ ਮਹੱਤਤਾ ਸੰਬੰਧੀ ਜਾਗਰੂਕ ਕਰਨਾ ਹੈ। ਉੱਥੇ ਹੀ ਇਸ ਦਿਹਾੜੇ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਦਿੱਲੀ ਦੇ ਮੁੱਖ ਮੰਤਰੀ अरविंद केजरीवाल ने लोगों को वोट के सही इस्तेमाल की अपील की है। कई सारे डेवलप्ड कंट्रीज के अंदर हम लोगों ने देखा किस तरह से उनके पूरे अस्पतालों के सिस्टम कोलैप्स कर गए, अस्पताल भर गए, आईसीयू भर गए, कॉरिडोर में पेशेंट्स पड़े हुए थे, सड़कों पे पेशेंट्स पड़े हुए थे। तो हमने इसको स्टडी किया कि ऐसा क्यों हो रहा है। तो हमने ये पाया कि जो कोई बीमार होता था उसको अस्पताल ले जाते थे, जो कोई बीमार होता था उसको अस्पताल ले जाते थे। नतीजा ये था कि जो माइल्ड और एसिम्प्टोमेटिक पेशेंट्स थे, जिनमें कोई सिम्टम नहीं थे, जिनमें कम सिम्टम थे, थोड़े बहुत सिम्टम थे, ऐसे पेशेंट से अस्पताल भर जाते थे और सीरियस पेशेंट सड़कों के ऊपर थे। तो दिल्ली के हमारे डॉक्टर्स ने मिलके होम आइसोलेशन का इजाद किया। सबसे पहले होम आइसोलेशन पूरी दुनिया में दिल्ली में इसकी शुरुआत की गई। होम आइसोलेशन में हमने ये तय किया कि जो माइल्ड पेशेंट हैं, जो एसिम्प्टोमेटिक पेशेंट हैं, जिनको डॉक्टर्स की जरूरत नहीं है, उनका घर में इलाज किया जाएगा। हमारे डॉक्टर्स की टीम उनके घर जाती थी, उनको एक किट दे के आती थी। सबसे पहले दिन जैसी उनकी टेस्ट रिपोर्ट आती है, टेस्ट रिपोर्ट आने के अगले दिन हमारे दिल्ली सरकार के डॉक्टर्स की टीम उनके घर जाती है, उनको किट दे के आती है, सारा सामान दे के आती है, सारा समझा के आती है, उनको एक ऑक्सीमीटर दे के आती है। पूरी दुनिया में ये पहली बार हुआ कि जितने बीमार पेशेंट होम आइसोलेशन में, उनके घर एक ऑक्सीमीटर दे दिया जाता है। और फिर डेली सुबह शाम डेली सुबह शाम एक डॉक्टर उन पेशेंट्स को फोन करके पूछता है, भाई साहब ठीक ठाक हैं, कोई तकलीफ तो नहीं है, ऑक्सीजन नापो, कितनी आई ऑक्सीजन। अगर उसकी ऑक्सीजन कम हो तो तुरंत एम्बुलेंस भेज के उसको अस्पताल के अंदर शिफ्ट कर दिया जाता है। नतीजा ये हुआ कि हमारे होम आइसोलेशन में मुश्किल से कुछ एक मृत्यु हुई और अभी तक 3,12,425 3 लाख से ज्यादा पेशेंट्स हमारे होम आइसोलेशन के अंदर ट्रीट हो चुके हैं। ਮਾਨਸਾ ਜ਼ਿਲ੍ਹੇ ਦੇ ਪਿੰਡ ਧਿੰਗੜ ਦੇ ਕਿਸਾਨ ਦੀ ਦਿੱਲੀ ਦੇ ਟਿੱਕਰੀ ਬਾਰਡਰ ਦੇ ਉੱਤੇ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਜਾਣਕਾਰੀ ਦੇ ਮੁਤਾਬਕ ਗੁਰਮੀਤ ਸਿੰਘ ਪੁੱਤਰ ਗੁਰਨਾਮ ਸਿੰਘ ਬੀਤੇ ਕੱਲ੍ਹ ਹੀ ਟਰੈਕਟਰ ਲੈ ਕੇ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਸ਼ਾਮਲ ਹੋਣ ਵਾਸਤੇ ਦਿੱਲੀ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਬਹਾਦਰਗੜ੍ਹ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਸ ਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਗਾ ਨੇ ਕਿਹਾ ਕਿ ਉਸ ਦੀ ਮ੍ਰਿਤਕ ਦੇਹ ਸ਼ਾਮ ਤੱਕ ਪਿੰਡ ਪਹੁੰਚ ਜਾਵੇਗੀ। ਉਧਰ ਕਿਸਾਨ ਦੀ ਮੌਤ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ 5 ਲੱਖ ਰੁਪਏ ਦਾ ਮੁਆਵਜ਼ਾ ਤੇ ਰਿਸ਼ਤੇਦਾਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਫਿਰੋਜ਼ਪੁਰ ਦੀ ਪੁਲਿਸ ਨੇ ਲੁੱਟ-ਖੋਹ ਨੂੰ ਅੰਜਾਮ ਦੇਣ ਵਾਲੇ ਵੱਖ-ਵੱਖ ਗਿਰੋਹ ਦੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸੀਨੀਅਰ ਕਪਤਾਨ ਭੁਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਫਿਰੋਜ਼ਪੁਰ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਵਿਸ਼ੇਸ਼ ਮੁਹਿੰਮ ਅਧੀਨ ਵੱਖ-ਵੱਖ ਚੋਰ ਗਿਰੋਹ ਦੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਫਿਰੋਜ਼ਪੁਰ ਦੇ ਵੱਖ-ਵੱਖ ਥਾਣਿਆਂ ਦੇ ਖੇਤਰਾਂ ਅਧੀਨ ਪੈਂਦੇ ਇਲਾਕਿਆਂ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ। ਐਸਪੀਡੀ ਰਤਨ ਸਿੰਘ ਬਰਾੜ ਨੇ ਕਿਹਾ ਕਿ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਦੀ ਨਿਸ਼ਾਨਦੇਹੀ ਦੇ ਉੱਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜਿਹੜੀਆਂ ਕੁਝ ਵਾਰਦਾਤਾਂ ਹੋਈਆਂ ਸੀ ਸ਼ਹਿਰ ਦੇ ਵਿੱਚ ਜਾਂ ਜੀਰੇ, ਉਹਨਾਂ ਦੇ ਵਿੱਚ ਅਸੀਂ ਕੁਝ ਜਿਹੜੀਆਂ ਨੇ ਉਹ ਕਰੈਕ ਕੀਤੀਆਂ ਨੇ, ਉਹਦੇ ਲਈ ਪ੍ਰੈਸ ਕਾਨਫਰੰਸ ਹੋ ਰਹੀ ਹੈ। ਕਿਹੜੀਆਂ ਵਾਰਦਾਤਾਂ ਹੈਗੀਆਂ ਸੀ, ਕਿੰਨੀਆਂ ਵਾਰਦਾਤਾਂ? ਹਾਂਜੀ, ਇੱਕ ਤਾਂ ਜਿਹੜੀ ਸਾਡੀ ਸਦਰ ਜੀਰੇ ਦੀ ਸੀ, ਉਹ ਜਿਹੜੇ ਵਾਈਨ ਦੀਆਂ ਸ਼ਾਪਸ ਨੇ ਉਹਦੇ ਗੋਡਾਊਨ ਸੀ, ਉਹ ਗੋਡਾਊਨ ਦੇ ਵਿੱਚ 2 ਵਾਰੀ ਚੋਰੀ ਹੋਈ ਸੀ। ਇੱਕ ਤਾਂ ਅਸੀਂ ਉਹ ਬੰਦੇ ਅਰੈਸਟ ਕੀਤੇ ਹੈ ਜੀ, ਉਹਦੇ 'ਚੋਂ 4 ਬੰਦੇ ਸਾਡੇ ਕੋਲ ਅਰੈਸਟ ਹੋ ਗਏ।
ਇੱਕ ਹੈਗੀ ਹੈ ਜਿਹੜੀ ਹੈ ਬੈਟਰੀਆਂ ਨੇ ਉਹ ਚੋਰੀ ਹੋਈਆਂ ਸੀਗੀਆਂ, ਉਹ ਅਸੀਂ 48 ਬੈਟਰੀ ਹੈ ਜਿਹੜੇ ਵੱਡੇ ਉਹ ਅਸੀਂ ਜਿਹੜੇ ਹੈ ਟਰੇਸ ਕੀਤੇ ਹੈ, ਬੰਦਾ ਫੜਿਆ ਅਤੇ ਉਹ ਜਿਹੜੀ ਹੈ ਰਿਕਵਰੀ ਹੋਈ ਹੈ। ਇੱਕ ਜਿਹੜਾ ਹੈਗਾ ਜੀ ਇਹਦੇ ਵਿੱਚੋਂ ਇਨਵਰਟਰ ਅਤੇ ਸਕੋਡਾ ਕਾਰ ਅਤੇ ਇੱਕ ਟਾਟਾ ਜਿਹੜਾ ਛੋਟਾ ਹਾਥੀ ਉਹ ਰਿਕਵਰ ਹੋਇਆ। ਏਸੀ ਹੈ ਪੁੱਲ ਜਿਹੜਾ ਸਪਲਿਟ ਏਸੀ ਉਹ ਰਿਕਵਰ ਹੋਇਆ ਜੀ। ਇੱਕ ਹੈਗਾ ਸਾਡਾ ਕੇਸ ਜਿਹੜਾ ਉਹਦੇ ਤੋਂ 100 ਮੋਬਾਈਲ ਜਿਹੜੇ ਹੈ ਉਹ ਜਿਹੜੇ ਸਾਨੂੰ ਰਿਕਵਰ ਹੋਏ। ਸਰ ਟੋਟਲ ਕਿੰਨੇ ਚੋਰ ਹੈਗੇ ਜੀ? ਇਹ ਟੋਟਲ ਤਾਂ ਜੀ ਚੋਰ 4 ਤੇ 2 6 ਅਸੀਂ ਅਰੈਸਟ ਕਰ ਲਏ। ਹਲੇ ਕਾਫੀ ਜਿਹੜੇ ਇਹਨਾਂ ਵਿੱਚੋਂ ਇਹਨਾਂ ਦੇ 6-7 ਸਾਥੀ ਹੈ ਜਿਹੜੇ ਉਹ ਅਰੈਸਟ ਕਰਨੇ ਬਾਕੀ ਹੈ ਔਰ ਹਲੇ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਪ੍ਰੋਸੈਸ 'ਚ ਹੈ ਅਤੇ ਜੇ ਕੋਈ ਹੋਰ ਵੀ ਅੱਗੇ ਆਪਦੇ ਕੋਈ ਸਾਥੀਆਂ ਦੇ ਨਾਂ ਦੱਸਣਗੇ ਉਹ ਅਗਲੀ ਗੱਲ ਹੈ। ਸਰ ਫਿਰੋਜ਼ਪੁਰ ਦੇ ਵਿੱਚ ਹਲੇ ਵੀ ਕਾਫੀ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ, ਜੇ ਰਸਤੇ ਦੇ ਵਿੱਚ ਜਾਂਦੇ ਹੋਏ ਮੋਬਾਈਲ ਫੋਨ ਲਿੱਤੇ ਜਾਂਦੇ ਹੈਗੇ, ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੈਗੇ ਹੋ? ਹਾਂਜੀ, ਇਹਦੇ ਵਿੱਚ ਹੁਣ ਨਾ ਜੀ ਜਿਹੜਾ ਹੈ ਸਾਈਬਰ ਸੈੱਲ ਉਹਨੂੰ ਅਸੀਂ ਐਕਟਿਵ ਕੀਤਾ ਔਰ ਹੋਪਫੁਲੀ ਸਾਨੂੰ ਲੱਗਦਾ ਆਉਂਦੇ 10-15 ਦਿਨਾਂ 'ਚ ਸਾਨੂੰ ਕੋਈ ਕਾਮਯਾਬੀ ਮਿਲੇਗੀ। ਸਰ ਇੱਕ ਬਾਈਕ ਜਿਹੜੇ ਆ ਉਹ ਕਾਫੀ ਜਿਵੇਂ ਬੈਂਕਾਂ ਦੇ ਬਾਹਰੋਂ ਬਹੁਤ ਜ਼ਿਆਦਾ ਚੋਰੀ ਹੋ ਰਹੇ ਆ, ਤਾਂ ਉਹ ਵੀ ਨਾ ਉਹਨਾਂ ਦਾ ਪਤਾ ਲੱਗ ਪਾਉਂਦਾ ਨਾ ਕੁਝ ਇਨਫੋਰਮੇਸ਼ਨ ਮਿਲ ਪਾਉਂਦੀ ਹੈ ਜੀ। ਜਿਹੜੇ ਬੈਂਕ ਚੋਰੀ ਹੋ ਰਹੇ ਜੀ ਉਹਦੇ ਵਿੱਚ ਅਸੀਂ ਇੱਕੋ ਗੱਲ ਹੋਰ ਕਰ ਰਹੇ ਹਾਂ ਵੀ ਸਿਵਲ ਕੱਪੜਿਆਂ ਦੇ ਵਿੱਚ ਵੀ ਅਸੀਂ 1 ਜਾਂ 2 ਬੰਦੇ ਕੋਈ CIA ਦੇ ਨਾ ਇਸੇ ਤਰ੍ਹਾਂ ਅਸੀਂ ਉਹਨਾਂ ਨੂੰ ਥੋੜ੍ਹਾ ਐਕਟਿਵ ਕਰ ਰਹੇ ਹਾਂ ਵੀ ਉਹ ਇਹ ਦੇਖਣਗੇ, ਹੋ ਸਕਦਾ ਇਹਦੇ ਵਿੱਚ ਵੀ ਸਾਨੂੰ ਕੁਛ ਨਾ ਕੁਛ ਮਿਲ ਜਿਹੜੇ ਚੋਰ ਫੜੀਚੇ ਉਹਨਾਂ ਕੋਲ ਪੈਸੇ ਵੀ ਬਰਾਮਦ ਹੋਏ ਜੀ? ਪੈਸੇ ਦੀ ਹਲੇ ਰਿਕਵਰੀ ਨਹੀਂ ਹੋਈ ਜੀ ਕੋਈ। ਪੂਰਬੀ ਲਦਾਖ ਦੇ ਵਿੱਚ LOC ਦੇ ਉੱਤੇ ਭਾਰਤ ਤੇ ਚੀਨ ਦਰਮਿਆਨ ਜਾਰੀ ਤਣਾਅ ਦਰਮਿਆਨ ਸਿੱਕਮ ਦੇ ਵਿੱਚ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਝੜਪ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਕਿ 3 ਦਿਨ ਪਹਿਲਾਂ ਸਿੱਕਮ ਦੇ ਨਾਕੂਲਾ ਦੇ ਵਿੱਚ ਚੀਨ ਦੀ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਭਾਰਤੀ ਫੌਜ ਵੱਲੋਂ ਜਦੋਂ ਚੀਨੀ ਸੈਨਿਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਹਾਂ ਪੱਖਾਂ ਦੇ ਵਿੱਚ ਝੜਪ ਹੋ ਗਈ। ਸਰਕਾਰੀ ਸੂਤਰ ਨੇ ਦਾਅਵਾ ਕੀਤਾ ਕਿ ਇਹ ਝੜਪ ਪਿਛਲੇ ਹਫ਼ਤੇ ਹੋਈ ਸੀ। ਇਹ ਘਟਨਾ ਅਜਿਹੇ ਮੌਕੇ ਹੋਈ ਹੈ ਜਦੋਂ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਤੇ ਫੌਜਾਂ 3488 ਕਿਲੋਮੀਟਰ ਅਸਲ ਕੰਟਰੋਲ ਰੇਖਾ ਦੇ ਨਾਲ ਲੱਗਦੇ ਵਿਵਾਦਤ ਸਰਹੱਦੀ ਇਲਾਕੇ ਦੇ ਮੁੱਦੇ ਨੂੰ ਇੱਕ ਹੋਰ ਗੇੜ ਦੀ ਗੱਲਬਾਤ ਨਾਲ ਸੁਲਝਾਉਣ ਦੇ ਲਈ ਯਤਨਸ਼ੀਲ ਨੇ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਦੀ ਟਰੈਕਟਰ ਪਰੇਡ ਦੇ ਵਿੱਚ ਅੜਿੱਕੇ ਪੈਦਾ ਕਰਨ ਦੀ ਆਲੋਚਨਾ ਕੀਤੀ ਹੈ। ਹਰਸਿਮਰਤ ਕੌਰ ਨੇ ਕਿਹਾ ਕਿ ਪਾਣੀ ਦੀਆਂ ਤੋਪਾਂ, ਅਥਰੂ ਗੈਸ ਤੇ NIA ਦੇ ਮਾਮਲਿਆਂ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਟਰੈਕਟਰ ਪਰੇਡ ਵਾਸਤੇ ਕਿਸਾਨਾਂ ਨੂੰ ਡੀਜ਼ਲ ਦੀ ਸਪਲਾਈ ਨਾ ਦੇਣ ਦਾ ਫੈਸਲਾ ਜ਼ੁਲਮ ਹੈ। ਅਜਿਹੇ ਜ਼ੁਲਮ ਕਿਸਾਨਾਂ ਨੂੰ ਅੰਦੋਲਨ ਪ੍ਰਤੀ ਹੋਰ ਵਧੇਰੇ ਦ੍ਰਿੜ ਪੈਦਾ ਕਰਦੇ ਨੇ। ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ 17 ਸਤੰਬਰ ਨੂੰ ਕੇਂਦਰੀ ਕੈਬਨਿਟ ਦੇ ਵਿੱਚੋਂ ਫੂਡ ਪ੍ਰੋਸੈਸਿੰਗ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਉਹਨਾਂ ਦਾ ਇਹ ਕਦਮ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਹਮਾਇਤ ਸੀ। ਪੂਰਬੀ ਲਦਾਖ ਦੇ ਵਿੱਚ ਗਲਵਾਨ ਘਾਟੀ ਦੇ ਵਿੱਚ ਚੀਨ ਦੀ ਫੌਜ ਨਾਲ ਹੋਈ ਹਿੰਸਕ ਝੜਪ ਦੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਕਰਨਲ ਸੰਤੋਸ਼ ਬਾਬੂ ਨੂੰ ਇਸ ਸਾਲ ਦੇ ਮਹਾਵੀਰ ਚੱਕਰ ਨਾਲ ਨਿਵਾਜ਼ਿਆ ਜਾਵੇਗਾ। ਗਣਤੰਤਰ ਦਿਵਸ ਮੌਕੇ ਹਰ ਸਾਲ ਦੇਸ਼ ਦੀ ਰੱਖਿਆ ਲਈ ਜਾਨ ਦੀ ਬਾਜ਼ੀ ਲਾਉਣ ਵਾਲੇ ਸੈਨਿਕਾਂ ਨੂੰ ਵੀਰਤਾ ਪੁਰਸਕਾਰ ਦਿੱਤਾ ਜਾਂਦਾ ਹੈ। ਇਸ ਵਾਰ ਦੇ ਗਣਤੰਤਰ ਦਿਵਸ ਮੌਕੇ ਕਰਨਲ ਸੰਤੋਸ਼ ਬਾਬੂ ਨੂੰ ਮਰਨ ਉਪਰੰਤ ਮਹਾਵੀਰ ਚੱਕਰ ਦਿੱਤਾ ਜਾਵੇਗਾ। ਦੱਸਣਾ ਬਣਦਾ ਹੈ ਕਿ ਪਰਮਵੀਰ ਚੱਕਰ ਤੋਂ ਬਾਅਦ ਮਹਾਵੀਰ ਚੱਕਰ ਫੌਜ ਦਾ ਦੂਜਾ ਸਭ ਤੋਂ ਵੱਡਾ ਸਨਮਾਨ ਹੈ। ਇਹ ਸੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ। ਤਾਜ਼ਾ ਤਰੀਨ ਤੇ ਨਵੀਆਂ ਨਕੋਰ ਖਬਰਾਂ ਲੈ ਕੇ ਦੋਸਤੋ ਅਸੀਂ ਕੱਲ੍ਹ ਨੂੰ ਇਸੇ ਵਕਤ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।